ਮੇਰਾ ਨਾਮ ਮਨਜੀਤ ਬੈਂਸ ਤੇ ਮੇਰੇ ਫਾਦਰ ਸਾਹਿਬ ਬਚਪਨ 'ਚ ਹੀ ਸਾਨੂੰ ਕਾਫੀ ਜਿਸ ਤਰ੍ਹਾਂ ਐਜੂਕੇਸ਼ਨ ਦਿੱਤੀ ਬਾਬਾ ਸਾਹਿਬ ਬਾਰੇ। ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਉਹਨਾਂ ਨੇ ਸਾਨੂੰ ਬਚਪਨ 'ਚ ਹੀ ਇੰਨੇ ਇੰਡੀਪੈਂਡੈਂਟ ਬਣਾ ਦਿੱਤਾ ਸੀਗਾ ਕਿ ਅਸੀਂ ਜਿਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਇਕੁਐਲਿਟੀ ਹੋ ਰਹੀ ਹੈ ਜਾਂ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਜਿਸ ਤਰ੍ਹਾਂ ਤੁਹਾਡੇ 'ਚ ਸੈਲਫ ਕੌਨਫੀਡੈਂਸ ਭਰ ਦੇਣਾ, ਇੱਦਾਂ ਸਾਡੇ 'ਚ ਕਾਫੀ ਸੈਲਫ ਕੌਨਫੀਡੈਂਸ ਭਰਿਆ ਉਹਨਾਂ ਨੇ। ਅਸੀਂ 3 ਭੈਣਾਂ ਤੇ ਤਿੰਨਾਂ ਨੂੰ ਉਹਨਾਂ ਨੇ ਮਾਸਟਰ ਡਿਗਰੀਜ਼ ਕਰਾਈ ਹੈਗੀ ਆ। ਤੇ ਮੇਰੀ ਵੱਡੀ ਸਿਸਟਰ ਮਾਸਟਰ ਡਿਗਰੀ ਕੀਤੀ ਉਹਨਾਂ ਨੇ ਜ਼ੂਓਲੋਜੀ ਵਿੱਚ, ਤੇ ਮੈਂ ਆਪਣੀ ਬੈਚਲਰ ਡਿਗਰੀ ਪਹਿਲਾਂ ਬੰਗਾ ਕਾਲਜ ਤੋਂ ਕੀਤੀ ਹੈ ਪੰਜਾਬ ਤੋਂ, ਤੇ ਫਿਰ ਮੈਂ ਮਾਸਟਰ ਡਿਗਰੀ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੀਤੀ ਹੈਗੀ ਬੋਟਨੀ 'ਚ, ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਬੈਚਲਰ ਆਫ ਐਜੂਕੇਸ਼ਨ ਨਵਾਂ ਸ਼ਹਿਰ ਤੋਂ ਕੀਤੀ, ਤੇ ਨਾਲ ਦੇ ਨਾਲ ਮੈਂ ਡਿਪਲੋਮਾ ਇਨ ਫਾਰਮੇਸੀ ਵੀ ਕੀਤਾ ਹੈਗਾ ਅੰਮ੍ਰਿਤਸਰ ਤੋਂ। ਤੇ ਉਹਨਾਂ ਨੇ ਸਾਨੂੰ ਮਤਲਬ ਕਾਫੀ ਪੜ੍ਹਾਇਆ। ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇੰਡੀਆ ਦੇ ਵਿੱਚ ਮੁੰਡਾ ਜਾਂ ਕੁੜੀ ਦਾ ਬਹੁਤ ਜ਼ਿਆਦਾ ਫਰਕ ਹੈਗਾ, ਜੈਂਡਰ ਇਨਇਕੁਐਲਿਟੀ ਅੱਜ ਵੀ ਹੈਗੀ ਆ, ਉਸ ਟਾਈਮ ਵੀ ਬਹੁਤ ਸੀ। ਤੇ ਉਹਨਾਂ ਨੇ ਇਸ ਤਰ੍ਹਾਂ ਨਹੀਂ ਦੇਖਿਆ ਕਿ ਮੇਰੀਆਂ ਬੱਚੀਆਂ ਵੀ ਚਲੋ ਇਹਨਾਂ ਨੂੰ ਇੰਨਾ ਜ਼ਿਆਦਾ ਪੜ੍ਹਾਉਣ ਦੀ ਲੋੜ ਨਹੀਂ। ਉਹਨਾਂ ਨੇ ਸਾਨੂੰ ਬਾਬਾ ਸਾਹਿਬ ਜੀ ਦੀ ਸੋਚ ਤੇ ਚੱਲਦੇ ਸਾਨੂੰ ਇੰਨਾ ਇੰਡੀਪੈਂਡੈਂਟ, ਇੰਨਾ ਜ਼ਿਆਦਾ ਸਾਨੂੰ ਉਹਨਾਂ ਨੇ ਪੜ੍ਹਾਇਆ ਕਿ ਅਸੀਂ ਕਈ ਵਾਰ ਮੈਂ ਸੋਚਦੀ ਹਾਂ ਕਿ ਕਈ ਵਾਰੀ ਅਸੀਂ ਸਾਡੇ ਡੈਡ ਨਾਲ ਜੇ ਕੋਈ ਇਨਇਕੁਐਲਿਟੀ ਹੁੰਦੀ ਸੀ ਅਸੀਂ ਮੂਹਰੇ ਖੜ ਜਾਂਦੇ ਸੀ, ਅਸੀਂ ਉਹਨਾਂ ਲਈ ਲੜਦੇ ਸੀ ਜਦੋਂ ਅਸੀਂ ਅਬਾਊਟ 15 ਇਅਰਸ ਓਲਡ ਸੀਗੇ। ਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੀ ਸੋਚ ਇੰਨੀ ਜ਼ਿਆਦਾ ਸਾਡੇ ਡੈਡ ਦੇ ਵਿੱਚ ਸੀਗੀ ਤੇ ਅਸੀਂ ਇੰਨਾ ਪੜ੍ਹ ਸਕੇ ਹੈਗੇ ਹਾਂ ਤੇ ਆਪਣੇ ਲਈ ਇੰਡੀਪੈਂਡੈਂਟ ਜਿਹੜੇ ਹੈਗੇ ਆ ਹੋ ਸਕੇ ਹੈਗੇ ਆ। ਤੇ ਅਸੀਂ ਫਿਰ 2002 ਵਿੱਚ ਇੱਥੇ ਕੈਨੇਡਾ ਆ ਗਏ ਸੀ। ਤੇ ਕੈਨੇਡਾ ਆ ਕੇ ਫਿਰ ਮੈਂ ਆਪਣੀ ਸਟੱਡੀ ਨੂੰ ਕੰਟੀਨਿਊ ਕੀਤਾ, ਕਿਉਂਕਿ ਪਿੱਛੋਂ ਵੀ ਇੱਦਾਂ ਸੀਗਾ ਕਿ ਪੜ੍ਹਾਈ ਜਦੋਂ ਵੀ ਕਰਨੀ, ਜਦੋਂ ਵੀ ਲੋੜ ਹੈਗੀ ਕਰੋ, ਕੋਈ ਏਜ ਲਿਮਿਟ ਨਹੀਂ। ਤੇ ਫਿਰ ਇੱਥੇ ਆ ਕੇ ਮੈਂ ਬੈਚਲਰਸ ਇਨ ਨਰਸਿੰਗ ਕੀਤੀ ਤੇ ਰਜਿਸਟਰਡ ਨਰਸ ਹੋ ਕੇ ਤੇ ਫਿਰ ਮੈਂ ਜਿਸ ਤਰ੍ਹਾਂ ਪੇ ਬੈਕ ਟੂ ਸੋਸਾਇਟੀ ਸੇਵਾ ਕਰ ਰਹੇ ਹੈਗੇ ਜਿੰਨੀ ਕਰ ਸਕਦੇ ਹੈਗੇ ਮਰੀਜ਼ਾਂ ਦੀ। ਮੇਰਾ ਨਾਮ ਸੁਰਜੀਤ ਬੈਂਸ। ਸਾਡੀ 96 ਵਿੱਚ ਜਦੋਂ ਮੈਂ ਜੋਬ ਲੱਗਿਆ ਡਿਪਾਰਟਮੈਂਟ ਆਫ ਹਾਰਟੀਕਲਚਰ ਦੇ ਵਿੱਚ, ਫਿਰ ਸਾਡੀ ਮੈਰਿਜ ਹੋ ਗਈ ਮਨਜੀਤ ਬੈਂਸ ਉਹਨਾਂ ਦੇ ਨਾਲ। ਤੇ ਅਸੀਂ ਮੈਂ 6 ਸਾਲ ਜੋਬ ਕੀਤੀ ਤੇ 2002 'ਚ ਵੈਨਕੂਵਰ ਮੂਵ ਹੋ ਗਏ ਔਨ ਸਕਿਲਡ ਵਰਕਰ ਪੁਆਇੰਟ ਸਿਸਟਮ ਤੇ। ਤੇ 2002 ਤੋਂ ਫਿਰ ਸਟਿਲ ਅਸੀਂ ਵੈਨਕੂਵਰ 'ਚ ਰਹਿ ਰਹੇ ਹਾਂ। ਗੌਰਮੈਂਟ ਜੋਬ ਕਰਦਾ ਮੈਂ ਤੇ ਜੋ ਕੁਛ ਵੀ ਜਿਹੜਾ ਬਾਬਾ ਸਾਹਿਬ ਬਾਰੇ ਜਾਂ ਮੈਨੂੰ ਉੱਥੋਂ ਥੋੜ੍ਹਾ ਪਤਾ ਲੱਗਾ ਸੀਗਾ। ਜਦੋਂ 87 'ਚ ਮੈਂ ਮੈਟਰਿਕ ਕੀਤੀ ਸੀ ਤਾਂ ਮੇਰੇ ਫਾਦਰ ਹੁਣੀ, ਮੈਨੂੰ ਨਹੀਂ ਸੀ ਪਤਾ ਵੀ ਉਹ ਇਹਦੇ ਬਾਰੇ ਕਿੰਨਾ ਕੁ ਅਵੇਅਰ ਸੀ, ਪਰ ਉਹ ਬੁੱਕ ਪੜ੍ਹਦੇ ਹੁੰਦੇ ਸੀ। ਇੱਕ ਤਾਂ ਉਦੋਂ ਉਹ ਲਾਹੌਰੀ ਰਾਮ ਬਾਲੀ ਜੀ ਇੱਕ ਰਾਈਟਰ ਨੇ, ਆਪਣੇ ਬਾਬਾ ਸਾਹਿਬ ਬਾਰੇ ਲਿਖਦੇ ਨੇ ਬੁੱਕਸ, ਉਹਨਾਂ ਨੇ ਬਹੁਤ ਲਿਖੀਆਂ। ਉਹ ਬੁੱਕਸ ਜਦੋਂ ਉਹਨਾਂ ਨੂੰ ਵੀ ਕਿਸੇ ਸਕੂਲ 'ਚ ਟੀਚਰ ਨੇ ਦਿੱਤੀ ਸੀਗੀ ਤੇ ਉਹ ਜਦੋਂ ਪੜ੍ਹਦੇ ਸੀਗੇ ਤਾਂ ਉਹ ਰੋਣ ਲੱਗ ਪੈਂਦੇ ਸੀ। ਤਾਂ ਫਿਰ ਮੈਂ ਉਹ ਬੁੱਕ ਵੀ ਪੜ੍ਹੀ ਸੀਗੀ ਤੇ ਬਾਬਾ ਸਾਹਿਬ ਦੇ ਜੀਵਨ ਅਤੇ ਮਿਸ਼ਨ। ਤਾਂ ਫਿਰ ਮੈਨੂੰ ਥੋੜ੍ਹਾ ਗਿਆਨ ਹੋਇਆ ਸੀ। ਫਿਰ ਅਸੀਂ ਜਦੋਂ ਮੈਂ ਯੂਨੀਵਰਸਿਟੀ 'ਚ ਗਿਆ, ਉੱਥੇ ਬਹੁਜਨ ਸਟੂਡੈਂਟ ਫਰੰਟ ਹੁੰਦਾ ਸੀ, ਜਿੱਦਾਂ ਐਕਟਿਵ ਗਰੁੱਪ ਸੀਗਾ, ਉਹਨਾਂ ਦੇ ਨਾਲ ਮੇਰੀ ਅਟੈਚਮੈਂਟ ਐਫੀਲੀਏਸ਼ਨ ਹੋ ਗਈ। ਫਿਰ ਅਸੀਂ ਡਾਕਟਰ ਬੀ ਆਰ ਅੰਬੇਡਕਰ ਬਾਰੇ ਜਾਣਨਾ ਸ਼ੁਰੂ ਕਰ ਦਿੱਤਾ। ਇੱਦਾਂ ਹੀ ਥੋੜ੍ਹਾ ਜਿਹਾ ਮੋਟੀਵੇਟ ਹੁੰਦੇ ਗਏ, ਫਿਰ ਅਵੇਅਰਨੈਸ ਆਉਂਦੀ ਗਈ। ਜਦੋਂ ਫਿਰ ਵੈਨਕੂਵਰ ਮੂਵ ਹੋਏ, ਫਿਰ ਇੱਥੇ ਆ ਕੇ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਜੈ ਵਿਰਦੀ ਜੀ ਉਹਨਾਂ ਦੇ ਜਿਹੜੇ ਮੈਂ ਗਰੁੱਪ 'ਚ ਅਸੀਂ ਇਨਵੋਲਵ ਹੋਏ। ਫਿਰ ਜ਼ਿਆਦਾ ਉਹ ਸੇਮ ਥਿੰਗ, ਜਿੱਦਾਂ ਆਪਾਂ ਜਸਟਿਸ ਦੀ ਗੱਲ ਕਰਨੀ ਸ਼ੁਰੂ ਕਰਤੀ, ਪਤਾ ਲੱਗ ਗਿਆ ਵੀ ਹਿਊਮਨ ਬੀਇੰਗ ਅਸੀਂ ਤੇ ਆਪਾਂ ਕਿੱਦਾਂ ਟਰੀਟ ਕਰਨਾ ਹਰ ਇੱਕ ਦੇ ਨਾਲ। ਤੇ ਵੀ ਆਰ ਕੰਟੀਨਿਊਇੰਗ ਜਿੰਨਾ ਕੁ ਕੁਛ ਕਰ ਸਕਦੇ ਹਾਂ ਵੀ ਆਰ ਡੂਇੰਗ ਰਾਈਟ ਨਾਓ। ਜਾਂ ਸਾਡੀ ਮੈਰਿਜ ਜਿਸ ਤਰ੍ਹਾਂ ਸੁਰਜੀਤ ਨੇ ਦੱਸਿਆ ਕਿ 1996 ਵਿੱਚ ਹੋਈ ਹੈ ਤੇ ਅਸੀਂ 2002 'ਚ ਇੱਥੇ ਆਏ ਹਾਂ। ਸੋ ਇੱਕ ਬੇਟੀ ਇੱਕ ਬੇਟਾ। ਸੋ ਬੱਚਿਆਂ ਵਾਸਤੇ ਮੈਂ ਜਦੋਂ ਉਹਨਾਂ ਨੂੰ ਜਿੱਦਾਂ ਸਮਝ ਹੋ ਜਾਏ ਕਿ ਹਾਂ ਉਹ ਸਮਝ ਸਕਦੇ ਉਸ ਟੌਪਿਕ ਨੂੰ, ਤੇ ਮੈਂ ਜਿਸ ਤਰ੍ਹਾਂ ਆਪਣੀ ਬੇਟੀ ਨੂੰ ਵੀ ਦੱਸਿਆ ਕਿ ਉਹ ਇੰਡੀਆ ਦਾ ਕੀ ਸਿਸਟਮ ਹੈਗਾ, ਕਿ ਇਹ ਕਾਸਟ ਸਿਸਟਮ ਉੱਥੇ ਹੈਗਾ ਆ, ਆਹ ਵਾਲੇ ਕਾਸਟ ਹੈਗੇ ਉੱਥੇ 4 ਡਿਵੀਜ਼ਨਸ ਹੈਗੀਆਂ, Brahman, Kshatriya, Vaishya and Shudra. They are divided like on the top, but then lower and lower and lower. So
ਦੱਸਿਆ ਉਹਨਾਂ ਨੂੰ ਕਿ ਇਹ ਹੈਗਾ ਆ ਔਰ ਇਹਦੇ ਜਿਸ ਤਰ੍ਹਾਂ ਬਿਲਕੁਲ ਅਗੇਂਸਟ ਹੈਗੇ ਆ ਆਪਾਂ ਬਾਬਾ ਸਾਹਿਬ ਦੀ ਗੱਲ ਕੀਤੀ ਡਾਕਟਰ ਬੀ ਆਰ ਅੰਬੇਡਕਰ ਦੀ ਕਿ ਉਹਨਾਂ ਨੂੰ ਪੜ੍ਹੋ ਆਪਾਂ ਬਿਲਕੁਲ ਅਗੇਂਸਟ ਹੈਗੇ ਜੇ ਕਦੇ ਤੁਹਾਨੂੰ ਸਕੂਲ 'ਚ ਜਾਂ ਕਿਤੇ ਵੀ ਕੋਈ ਵੀ ਪ੍ਰੋਬਲਮ ਕਿਸ ਤਰ੍ਹਾਂ ਦੀ ਆਉਂਦੀ ਹੈਗੀ ਆ ਇਹਦੇ ਖਿਲਾਫ ਖੜਨਾ ਆ ਇਹਦੇ ਬਿਲਕੁਲ ਖਿਲਾਫ ਖੜਨਾ ਚਾਹੇ ਕਿਸੇ ਨੂੰ ਆਉਂਦੀ ਹੈ ਤੁਸੀਂ ਕਿਸੇ ਦੀ ਵਿਟਨੈਸ ਵੀ ਕਰਦੇ ਹੋ ਤਦ ਵੀ ਖੜਨਾ ਹੈ ਤੇ ਮੇਰੀ ਬੇਟੀ ਕਹਿੰਦੀ ਕਿ ਉਹਨਾਂ ਨੂੰ ਤਾਂ ਆਲਰੇਡੀ ਪੜ੍ਹਾਇਆ ਜਾਂਦਾ ਹੈਗਾ ਹਿਸਟਰੀ ਜਿਹੜੀ ਹੈਗੀ ਆ ਮਤਲਬ ਇੰਡੀਆ ਦੀ ਵੀ ਉਹਨਾਂ ਨੂੰ ਪਤਾ ਹੈਗਾ ਈਵਨ ਕੈਨੇਡੀਅਨ ਹਿਸਟਰੀ ਵੀ ਉਹ ਪੜ੍ਹਦੇ ਹੈਗੇ ਇਹਦੇ ਵਿੱਚ ਵੀ ਉਹਨਾਂ ਨੇ ਪੜ੍ਹਦੇ ਹੈਗੇ ਕਿ ਰੇਸਿਜ਼ਮ ਜਾਂ ਕਿ ਕਈ ਤਰ੍ਹਾਂ ਦਾ ਇੱਥੇ ਵੀ ਹੈਗਾ ਕਿ ਜਿਸ ਤਰ੍ਹਾਂ ਫਸਟ ਨੇਸ਼ਨ ਹੈ ਜਾਂ ਕੁਛ ਜੋ ਵੀ ਹਿਸਟਰੀ ਇੱਥੇ ਹੈਗੀ ਆ ਤੇ ਉਹਨੂੰ ਪਤਾ ਸੀ ਕਿ ਇਹ ਤਾਂ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈਗਾ ਤੇ ਉਹ ਇੱਕ ਵਾਰ ਅਸੀਂ ਗੱਲ ਕਰ ਰਹੇ ਸੀਗੇ ਕਿ ਜੇਕਰ ਅਸੀਂ ਬੱਚਿਆਂ ਨੂੰ ਨਹੀਂ ਦੱਸਦੇ ਹੈਗੇ ਤੇ ਮੇਰੀ ਬੇਟੀ ਆਪ ਕਹਿ ਰਹੀ ਸੀ ਕਿ ਜੇ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸਦੇ ਉਹਨਾਂ ਨੂੰ ਬਾਹਰੋਂ ਪਤਾ ਲੱਗਦਾ ਹੈਗਾ ਉਹਨਾਂ ਨੂੰ ਉਹ ਕਹਿੰਦੀ ਕਿ ਸਾਨੂੰ ਆਪਣੀ ਹਿਸਟਰੀ ਸਾਨੂੰ ਸਕੂਲ ਤੋਂ ਪਤਾ ਲੱਗਦਾ ਸਾਡੀ ਹਿਸਟਰੀ ਦਾ ਪਤਾ ਲੱਗ ਜਾਂਦਾ ਹੈਗਾ ਇੰਡੀਆ ਦੀ ਹਿਸਟਰੀ ਕੀ ਹੈਗੀ ਆ ਫਿਰ ਮੇਰਾ ਬੇਟਾ ਜਦੋਂ 12 ਜਾਂ 13 ਸਾਲ ਦਾ ਹੋਇਆ ਫਿਰ ਉਹਨੂੰ ਮੈਂ ਸਾਰਾ ਜੋ ਹੈਗਾ ਕਿ ਕਿਸ ਤਰ੍ਹਾਂ ਬ੍ਰਾਹਮਣਵਾਦ ਨੇ ਕਾਸਟਾਂ ਬਣਾਈਆਂ ਕਿੱਥੋਂ ਨਿਕਲੇ ਹੈਗੇ ਜਿਸ ਤਰ੍ਹਾਂ ਉਹ ਕਹਿ ਰਹੇ ਹੈਗੇ ਆ ਕਿ ਜਿਹੜੇ ਹੈਗੇ ਆ ਸਿਰ ਚੋਂ ਨਿਕਲੇ ਹੈਗੇ ਬ੍ਰਾਹਮਣ ਬਾਹਾਂ ਚੋਂ ਕਸ਼ਤਰੀ ਨਿਕਲੇ ਹੈਗੇ ਪੇਟ ਚੋਂ ਵੈਸ਼ਯ ਹਨ ਪੈਰਾਂ ਚੋਂ ਸ਼ੂਦਰ ਹਨ ਤੇ ਉਹ ਕਹਿੰਦਾ ਕਿ ਪੈਰਾਂ ਚੋਂ ਕਿਸ ਤਰ੍ਹਾਂ ਮੈਂ ਪੈਰਾਂ ਚੋਂ ਇਸ ਕਰਕੇ ਉਹਨਾਂ ਨੇ ਕੱਢੇ ਹੈਗੇ ਕਿਉਂਕਿ ਦ ਪੀਪਲ ਦੇ ਸੈਡ ਫਰਮ ਦਾ ਫੀਟ ਉਹ ਜਿਹੜੇ ਉੱਥੇ ਦੇ ਐਬਰੀਜਨਲ ਸੀਗੇ ਇੰਡੀਅਨ ਐਬਰੀਜਨਲ ਸੀਗੇ ਉਹਨਾਂ ਨੇ ਉਹਨਾਂ ਤੇ ਓਵਰ ਪਾਵਰ ਕਰਨਾ ਸੀ ਇਸ ਕਰਕੇ ਉਹਨਾਂ ਨੂੰ ਪੈਰਾਂ ਤੋਂ ਕੱਢਿਆ ਗਿਆ ਤਾਂ ਕਿ ਉਹ ਤੁਸੀਂ ਉਹਨਾਂ ਦੀ ਜਿਹੜੇ ਸਰਵੈਂਟ ਹੀ ਬਣ ਕੇ ਰਹਿਣਾ ਉੱਪਰ ਵਾਲਿਆਂ ਦੇ ਵੀ ਸਿਰਫ ਇਸ ਅ ਪਾਰਟ ਆਫ ਹਾਊ ਟੂ ਸਪਰੈਸ ਦੋਜ਼ ਪੀਪਲ ਹੈ ਨਾ ਤੇ ਫਿਰ ਉਹਨੇ ਪੂਰੀ ਤਰ੍ਹਾਂ ਚੇਤਾ ਕੀਤਾ ਕਿ ਆਹ ਚੀਜ਼ਾਂ ਹੈਗੀਆਂ ਮੈਂ ਕਿਹਾ ਜੇ ਸਕੂਲ 'ਚ ਕਦੇ ਕੋਈ ਗੱਲ ਹੁੰਦੀ ਹੈ ਜੇ ਤੁਸੀਂ ਇੱਥੇ ਬੈਠੇ ਆ ਨਾਲ ਦਾ ਬੰਦਾ ਵੀ ਕਿਸੇ ਹੋਰ ਨੂੰ ਕੁਝ ਕਹਿੰਦਾ ਹੈਗਾ ਤੇ ਯੂ ਹੈਵ ਟੂ ਸਪੀਕ ਅਪ ਹੈ ਨਾ ਤੇ ਦੇ ਆਰ ਅਵੇਅਰ ਐਂਡ ਆਈ ਥਿੰਕ ਮੈਂ ਚਾਹੁੰਦੀ ਹਾਂ ਕਿ ਉਹ ਅਵੇਅਰ ਹੋਣ ਜਿਸ ਤਰ੍ਹਾਂ ਮੈਂ ਅਵੇਅਰ ਸੀ ਜਦੋਂ ਮੈਂ ਛੋਟੀ ਸੀ ਕਿਉਂਕਿ ਇਸ ਤਰ੍ਹਾਂ ਦੀ ਕੋਈ ਬ੍ਰੇਨ 'ਚ ਮਾੜੀ ਵੀ ਗੱਲ ਨਹੀਂ ਸੀ ਦੈਟ ਦੇਰ ਇਜ਼ ਐਨੀਥਿੰਗ ਸੁਪੀਰੀਅਰ ਔਰ ਇਨਫੀਰੀਅਰ ਥਿੰਗ ਕਿਉਂਕਿ ਸਾਨੂੰ ਇੰਨਾ ਦੁਆ ਬਣਾ ਦਿੱਤਾ ਗਿਆ ਸੀਗਾ ਕਿ ਯੂ ਗੋਨਾ ਫਾਈਟ ਫॉर ਇਟ ਯੂ نو ਸੋ ਇੰਨੀ ਸਾਨੂੰ ਬਣਾਈ ਹੋਈ ਸੀ ਮੈਂ ਆਈ ਫੀਲ ਪ੍ਰਾਊਡ ਓਨੈਸਟਲੀ ਕਿ ਮੇਰਾ ਬਚਪਨ ਜਾਂ ਮੇਰੇ ਪੇਰੈਂਟਸ ਨੇ ਮੈਨੂੰ ਇਦਾਂ ਬਣਾ ਦਿੱਤਾ ਸੀ ਕਿ ਮੇਰਾ ਬਚਪਨ ਮੇਰੀ ਜਵਾਨੀ ਇਦਾਂ ਨਿਕਲੀ ਹੈਗੀ ਕਿ who can say anything to me like you know ਜੇ ਕਹੋਗੇ ਤੇ ਫਿਰ ਸਾਹਮਣੇ ਖੜਾਂਗੇ ਕੀ ਆ ਹਨਾ ਤੇ ਉਹੀ ਜਿਹੜੀ ਹੈਗੀ ਸੋਚ ਮੈਂ ਇੱਥੇ ਵੀ ਹੁਣ ਮੈਂ ਜਦੋਂ ਆਪਣੇ ਕੰਮ ਤੇ ਕੰਮ ਕਰਦੀ ਆ ਉੱਥੇ ਵੀ ਮੈਂ ਕਾਸਟਿਜ਼ਮ ਦੀ ਗੱਲ ਕਰਦੀ ਹੈਗੀ ਆ ਤੇ ਸਟੇਜਾਂ ਤੇ ਵੀ ਕਰਦੀ ਆ ਆਪਣੇ ਕੁਲੀਗ ਸਰਕਲ 'ਚ ਵੀ ਕਰਦੀ ਹੈਗੀ ਆ ਕਿ ਆਹ ਕਾਸਟਿਜ਼ਮ ਹੈਗਾ ਆ ਤੇ ਇਹ ਜਿਹੜਾ ਇੰਡੀਆ 'ਚ ਹੈਗਾ ਇਹ ਚੀਜ਼ ਹੋਣੀ ਨਹੀਂ ਚਾਹੀਦੀ ਇਸ ਤਰ੍ਹਾਂ ਹੈਗੀ ਆ ਤੇ ਦੇ ਆਰ ਅਵੇਅਰ ਦੈਟ ਦੇ ਨੋ ਦੈਟ ਮਨਜੀਤ ਇਜ਼ ਅਵੇਅਰ ਅਬਾਊਟ ਆਲ ਦੋਸ ਥਿੰਗਸ ਹੈ ਨਾ ਤੇ ਮੇਰਾ ਖਿਆਲ ਹੈ ਕਿ ਜੇ ਤੁਸੀਂ ਗੱਲ ਕਰਦੇ ਕੋਈ ਨਾ ਕੋਈ ਤਾਂ ਕਿਸੇ ਦੇ ਬ੍ਰੇਨ 'ਚ ਪੈਂਦੀ ਹੋਗੀ ਹਾਂ ਵੀ ਇਹ ਚੀਜ਼ ਜਿਹੜੀ ਹੈਗੀ ਜੇ ਇਹ ਗੱਲ ਕਰੀ ਤੇ ਇਹ ਗੱਲ ਰੋਂਗ ਹੈਗੀ ਆ ਕਾਸਟ ਸਿਸਟਮ ਦੀ ਸੋ ਆਈ ਥਿੰਕ ਦੈਟਸ ਵਾਟ ਆਈ ਵਾਂਟ ਫॉर ਮਾਈ ਚਿਲਡਰਨ ਟੂ so that they can tell other people it's not only that they know they can spread those words that they can stand against it and then they can spread those words I think I have done our job we have done our job so they should be mentally strong ਨੇ ਉਹ ਸਹੀ ਗੱਲ ਹੈ ਮਨਜੀਤ ਨੇ ਸਾਡੇ ਬੱਚਿਆਂ ਨੂੰ ਦੋਨਾਂ ਨੂੰ ਬੜਾ ਵਧੀਆ ਦੱਸਿਆ ਹੋਇਆ ਪੂਰਾ ਦੇ ਨੋ ਹੈ ਨਾ ਮੈਂ ਚਾਹੁੰਦਾ ਹਾਂ ਵੀ ਆਪਣੇ ਜਿਹੜੇ ਹੋਰ ਫਰੈਂਡ ਸਰਕਲ ਵੀ ਆਪਾਂ ਗੱਲ ਕਰੀਦੀ ਵੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਦੱਸਣਾ ਆਪਾਂ ਮੰਨਣਾ ਨਹੀਂ ਇਸ ਗੱਲ ਨੂੰ ਆਪਾਂ ਐਟਲੀਸਟ ਦੇ ਨੋ ਕਿਉਂਕਿ ਉਹਨਾਂ ਨੂੰ ਪਤਾ ਹੋਵੇ ਕੱਲ ਨੂੰ ਐ ਨਾ ਹੋਵੇ ਉਹ ਸ਼ੌਕ ਹੋ ਜਾਣ ਵੀ ਆਹ ਕੀ ਹੋ ਗਿਆ ਤਾਂ ਕਿ ਅਸੀਂ ਆਪਾਂ ਗੱਲ ਕਰੀਏ ਵੀ ਨਹੀਂ ਅਸੀਂ ਮੰਨਦੇ ਨਹੀਂ ਉਹੀ ਸੇਮ ਥਿੰਗ ਅਸੀਂ ਪਰ ਬੱਚਿਆਂ ਨੂੰ ਨਾ ਦੱਸ ਕੇ ਜਾਂ ਆਪਣੇ ਆਪ ਨੂੰ ਇਹ ਬਚਾ ਕੇ ਆਪਾਂ ਇਹ ਕਹਿ ਲਈਏ ਵੀ ਨਹੀਂ ਅਸੀਂ ਆਈਸੋਲੇਟ ਹੋ ਜਾਂਦੇ ਹਾਂ ਤੇ ਅਸੀਂ ਇਹਦਾ ਸਾਹਮਣਾ ਕਰ ਲਿਆ ਇੱਦਾਂ ਨਹੀਂ ਬਣਦੀ ਗੱਲ ਤਾਂ ਸੇਮ ਥਿੰਗ ਆ ਤੁਹਾਨੂੰ ਕੋਈ ਵੀ ਗੱਲ ਜਿਹੜੀ ਆ ਉਹ ਲਈ ਫਾਈਟ ਤਾਂ ਕਰਨੀ ਪਊਗੀ ਪ੍ਰੂਫ ਤਾਂ ਕਰਨਾ ਹੀ ਪਊਗਾ ਰਾਈਟ ਤੋ ਯਾ ਦੈਟਸ ਵਾਟ ਵੀ ਆਰ ਟਰਾਈਂਗ ਟੂ ਡੂ ਔਰ ਤੁਸੀਂ ਵੀ ਜੋ ਪ੍ਰੋਜੈਕਟ ਕਰ ਰਹੇ ਹੋ ਇਹ ਵੀ ਬਹੁਤ ਵਧੀਆ ਗੱਲ ਆ ਇਟਸ ਗੋਨਾ ਮੋਰ ਅਵੇਅਰਨੈਸ I will say I'm Buddhist na full identity I don't worry about anything but the other thing is I will say Indo-Canadian so I'm first Indian then Canadian and I'm proud of it too so I have never doubted about my identity so it's Manjeet Bains Indo-Canadian and I'm Buddhist and I'm proudly saying that I'm Buddhist yeah
ਜਾਂ ਸੇਮ ਐਜ਼ ਜੋ ਮਨਜੀਤ ਨੇ ਗੱਲ ਕਹੀ ਹੈ, ਸਹੀ ਹੈ। ਰਿਲੀਜੀਅਸ ਪੁਆਇੰਟ ਤੋਂ ਤਾਂ ਅਸੀਂ ਵੀ ਬੁੱਧਿਸਟ, ਕਿਉਂਕਿ ਤੁਹਾਡੀ ਫੈਮਿਲੀ ਇਨ ਲਾਜ਼ ਸਾਰੇ, ਮੇਰੇ ਫਾਦਰ ਇਨ ਲਾ ਉਹ ਇਸ ਦੁਨੀਆ 'ਤੇ ਨਹੀਂ ਹੈਗੇ, ਉਹਨਾਂ ਨੇ ਵੀ ਬੁੱਧਿਸਟ ਬਾਰੇ ਸਾਨੂੰ ਦੱਸਿਆ, ਫਿਰ ਅਸੀਂ ਉਹ ਤੋਂ ਅਵੇਅਰ ਹੋਏ। ਅਤੇ ਜਾਂ ਇੰਡੋ ਕਨੇਡੀਅਨ, ਅਤੇ ਸੈਕਿੰਡ ਜਿਹੜਾ ਹੈਗਾ ਆਪਾਂ ਜਿੱਦਾਂ ਇੰਡੀਆ ਤੋਂ ਮੂਵ ਇੱਥੇ ਆਏ ਹੋਏ ਹਾਂ, ਕੈਨੇਡਾ 'ਚ ਹੁਣ ਕਿੰਨੇ ਸਿਟੀਜ਼ਨ ਹੈਗੇ ਆ। ਸੋ ਬੁੱਧਿਸਟ ਪਹਿਲਾਂ ਤੋਂ ਹੀ ਕਾਫੀ ਪਹਿਲਾਂ ਤਾਂ ਕਿਸ ਤਰ੍ਹਾਂ ਬਣੇ ਹੈ ਨਾ, ਸਾਡੇ ਮੇਰੇ ਡੈਡ ਮੋਹਨ ਲਾਲ ਕਰੀਮਪੁਰੀ ਜੀ। ਸੋ ਜਦੋਂ ਅਸੀਂ ਬਚਪਨ 'ਚ ਹੀ ਉਹਨਾਂ ਨੂੰ ਸੁਣਿਆ, ਹਮੇਸ਼ਾ ਹੀ ਉਹਨਾਂ ਨੇ ਬੁੱਧਮ ਸ਼ਰਨਮ ਗਛਾਮੀ ਉਹ ਗਾਉਂਦੇ ਹੁੰਦੇ ਸੀ ਜਦੋਂ ਉਹਨਾਂ ਨੇ ਸ਼ਾਵਰ ਲੈਣਾ। ਅਸੀਂ ਬੱਚੇ ਸੀਗੇ ਉਦੋਂ ਦੇ ਅਸੀਂ ਸੁਣਦੇ ਆ ਰਹੇ ਹਾਂ, ਪਰ ਉਹਨਾਂ ਨੇ ਵੀ ਦੀਕਸ਼ਾ ਜਿਹੜੀ ਇੱਥੇ ਆ ਕੇ ਲਿੱਤੀ ਹੈ। ਅਤੇ ਜਦੋਂ ਬਾਬਾ ਸਾਹਿਬ ਜੀ ਦੀ ਬੁੱਕ ਅਸੀਂ ਬੁੱਧਾ ਐਂਡ ਹਿਸ ਧੰਮਾ ਉਹਨੂੰ ਪੜ੍ਹਿਆ, ਅਤੇ ਉਹਦੇ 'ਚ ਮਤਲਬ ਜੇ ਤੁਸੀਂ ਪੜ੍ਹ ਲੈਂਦੇ ਉਸ ਬੁੱਕ ਨੂੰ, ਫਿਰ ਤਾਂ ਤੁਸੀਂ ਟੋਟਲੀ ਫੀਲ ਕਰਦੇ ਹੈਗੇ ਕਿ ਤੁਹਾਨੂੰ ਉਸ ਕਾਈਂਡ ਆਫ ਕਹਿ ਲਓ ਕਿ ਨਰਕ 'ਚੋਂ ਬਾਹਰ ਨਿਕਲਣਾ, ਉਸ ਜਿਹੜਾ ਤੁਹਾਨੂੰ ਉਸ ਨਰਕ ਵਿੱਚ ਧਕੇਲ ਰਿਹਾ ਹੈਗਾ। ਉਹਦੇ 'ਚ ਪੂਰੀ ਤਰ੍ਹਾਂ ਦੱਸਿਆ ਗਿਆ ਕਿ ਤੁਸੀਂ ਬਿਲਕੁਲ ਆਊਟ ਹੋ ਜਾਓ ਉਸ ਧਰਮ 'ਚੋਂ, ਜਿਹੜਾ ਧਰਮ ਤੁਹਾਨੂੰ ਇਹਨਾਂ ਜਾਤਾਂ ਪਾਤਾਂ 'ਚ ਵੰਡ ਰਿਹਾ ਹੈਗਾ। ਟੋਟਲੀ ਆਊਟ ਹੋ ਜਾਓ, ਬਿਲਕੁਲ ਨਹੀਂ। ਤੁਹਾਨੂੰ ਉਸ ਥਾਂ 'ਤੇ ਜਾਣ ਦੀ ਲੋੜ ਨਹੀਂ ਜਿੱਥੇ ਤੁਹਾਨੂੰ ਵੜਨ ਨਹੀਂ ਦਿੱਤਾ ਜਾਂਦਾ। ਵਾਈ ਯੂ ਗੋ ਦੇਅਰ? ਸੋ ਕਮ ਆਊਟ ਆਫ ਇਟ ਐਂਡ ਦੈਨ ਉਹ ਧਰਮ ਨੂੰ ਦੇਖੋ ਜਿੱਥੇ ਤੁਹਾਨੂੰ ਹਿਊਮੈਨਿਟੀ ਹੈ, ਜਿਹੜਾ ਧਰਮ ਤੁਹਾਨੂੰ ਵਰਲਡ ਨਾਲ ਜੋੜਦਾ ਹੈਗਾ। ਅਤੇ ਬੁੱਕ ਵੀ ਪੜ੍ਹੀ, ਫਿਰ ਡੈਡੀ ਉਹਨਾਂ ਨੇ ਦੀਕਸ਼ਾ ਲਈ ਸੀ, ਫਿਰ ਅਸੀਂ ਦੋਨਾਂ ਨੇ ਦੀਕਸ਼ਾ ਲਈ ਇੱਥੇ ਅਤੇ ਭੰਤ ਜੀ ਉਹਨਾਂ ਤੋਂ। ਅਤੇ ਫਿਰ ਪ੍ਰੈਕਟਿਸ ਯੂ ਸੇ, ਸੋ ਥੋੜ੍ਹੀ ਬਹੁਤੀ ਮੈਡੀਟੇਸ਼ਨ ਕਰੀ ਦੀ ਹੈਗੀ ਆ, ਬੁੱਧਮ ਸ਼ਰਨਮ ਗਛਾਮੀ ਪ੍ਰੇਅਰ ਵੀ ਕਰੀ ਦੀ ਆ। ਅਤੇ ਜਦੋਂ ਕਦੇ ਓਕੇਸ਼ਨ ਹੁੰਦਾ ਆ, ਅਤੇ ਸਾਡਾ ਜਿਸ ਤਰ੍ਹਾਂ ਥੋੜ੍ਹੀ ਜਿਹੀ ਹੈਗਾ ਕਿ ਇੰਡੀਅਨ ਬੁੱਧਿਸਟ ਟੈਂਪਲ ਨਹੀਂ ਹਜੇ ਹੈਗਾ ਸਾਡੇ ਕੋਲ, ਅਤੇ ਬਾਕੀ ਜਿਸ ਤਰ੍ਹਾਂ ਬਰਮਾ ਦਾ ਹੈਗਾ ਜਾਂ ਹੋਰ ਬੁੱਧਿਸਟ ਟੈਂਪਲ ਹੈਗੇ ਆ, ਸਰੀ 'ਚ ਹੈਗਾ, ਕਈ ਵਾਰੀ ਅਸੀਂ ਇੱਥੇ ਆਈਦਾ ਹੈਗਾ। ਅਤੇ ਜਦੋਂ ਡੈਡ ਦੀ ਮੇਰੀ ਫਸਟ ਡੈਥ ਐਨੀਵਰਸਰੀ 'ਤੇ ਅਸੀਂ ਫਿਰ ਬੁੱਧਿਸਟ ਟੈਂਪਲ ਗਏ, ਅਤੇ ਬੱਚਿਆਂ ਨੂੰ ਵੀ ਕਈ ਵਾਰ ਲੈ ਕੇ ਜਾਈਦਾ ਜਦੋਂ ਉਹਨਾਂ ਦਾ ਟਾਈਮ ਹੁੰਦਾ ਹੈਗਾ, ਅਤੇ ਘਰ ਵੀ ਦੱਸੀਦਾ ਹੈਗਾ ਉਹਨਾਂ ਨੂੰ। ਅਤੇ ਪ੍ਰੈਕਟਿਸ ਵਿੱਚ ਇੱਦਾਂ ਹੀ ਆ, ਜਿੱਦਾਂ ਅਸੀਂ ਕਿਸੇ ਓਕੇਜ਼ਨ 'ਤੇ ਜਾਂਦੇ ਹੈਗੇ ਜਾਂ ਕਿਤੇ ਆਪ ਦਾ ਮਨ ਕਰੇ ਕਿ ਅਸੀਂ ਜਾਣਾ ਹੈਗਾ, ਬਟ ਇਹ ਤਾਂ ਨਹੀਂ ਕਹਿ ਸਕਦੇ ਕਿ ਰੈਗੂਲਰਲੀ ਅਸੀਂ ਐਵਰੀ ਸੰਡੇ ਜਾਂਦੇ ਹੈਗੇ ਹਾਂ। ਪਰ ਕਈ ਵਾਰ ਕੀ ਹੁੰਦਾ ਕਿ ਤੁਸੀਂ ਜਾਓ ਜਾਂ ਨਾ ਜਾਓ, ਪਰ ਜਦ ਤੁਹਾਡੀ ਜਿਹੜੀ ਸੋਚ ਹੈਗੀ ਹੈ ਜਾਂ ਤੁਹਾਡੇ ਜਿਹੜੀ ਮਨ ਦੀ ਅਵਸਥਾ ਹੈਗੀ ਹੈ ਜਿਹੜੇ ਧਰਮ ਨਾਲ ਹੈਗੀ, ਉਹ ਤੁਹਾਨੂੰ ਕਈ ਵਾਰੀ ਠੀਕ ਹੈ, ਤੁਸੀਂ ਜਿੱਥੇ ਬੈਠੇ ਹੋ ਤੁਸੀਂ ਮੰਨ ਰਹੇ ਹੋ, ਤੁਸੀਂ ਠੀਕ ਹੈ। ਫਿਰ ਤੁਹਾਨੂੰ ਇਹ ਨਹੀਂ ਆ ਕਿ ਤੁਹਾਨੂੰ ਜਾ ਕੇ ਕੁਛ ਪ੍ਰੇਅਰ ਕਰਨੀ ਪੈਣੀ ਉੱਥੇ ਜਾ ਕੇ, ਤਾਂ ਹੀ ਤੁਹਾਨੂੰ ਮਨ ਨੂੰ ਸ਼ਾਂਤੀ ਆਏਗੀ। ਪਰ ਅਸੀਂ ਬੇਸਿਕਲੀ ਟੋਟਲੀ ਵੀ ਆਰ ਵਿਦ ਦ ਬੁੱਧਿਜ਼ਮ ਫਿਲਾਸਫੀ। ਸੇਮ ਆਪਾਂ ਵੀਕਐਂਡ 'ਤੇ ਐਵਰੀ ਵੀਕਐਂਡ 'ਤੇ ਤਾਂ ਨਹੀਂ ਜਾ ਹੁੰਦਾ, ਕਿਉਂਕਿ ਕੋਈ ਇੱਦਾਂ ਦੀ ਹਜੇ ਇੰਗੇਜ ਨਹੀਂ ਹੋਇਆ। ਟਰਾਈ ਕਰਦੇ ਹੈਗੇ ਆ ਕੋਈ ਇੰਡੀਅਨ ਬੁੱਧਿਸਟ ਟੈਂਪਲ ਹੋਵੇ, ਪਰ ਅਨਫੋਰਚੂਨੇਟਲੀ ਨੋਟ ਨਾਓ, ਬਟ ਵੀ ਹੋਪ। ਪਰ ਅਸੀਂ ਬਰਮਾ ਬੁੱਧਿਸਟ ਟੈਂਪਲ, ਸ਼੍ਰੀਲੰਕਾ ਬੁੱਧਿਸਟ ਟੈਂਪਲ ਤਾਂ ਜਾਈਦਾ, ਜਿਹੜੀ ਸੋਸ਼ਲ ਸੈਰੇਮਨੀ ਕੋਈ ਪਰਿਵਾਰਕ ਤੌਰ 'ਤੇ ਹੋਵੇ, ਵੀ ਟਰਾਈ ਕਿ ਉੱਥੇ ਕੀਤੀ ਜਾਵੇ। ਅਤੇ ਜਿੱਦਾਂ ਮੈਰਿਜ ਹੈਗੀ ਆ ਮੇਰੇ ਬ੍ਰਦਰ ਇਨ ਲਾ ਦੀ, ਉਹ ਵੀ ਅਸੀਂ ਬੁੱਧਿਸਟ ਟੈਂਪਲ 'ਚ ਕੀਤੀ ਹੈਗੀ ਹੈ। ਕੋਸ਼ਿਸ਼ ਹਰ ਕਰੀ ਦੀ ਹੈਗੀ ਆ। ਫਾਦਰ ਇਨ ਲਾ ਮੇਰੇ, ਉਹਨਾਂ ਦੀ ਜਦੋਂ ਡੈਥ ਹੋਈ ਤਾਂ ਉਹਨਾਂ ਦੀ ਜਿਹੜੀ ਫਿਊਨਰਲ ਸਰਵਿਸ ਵੀ ਉਹ ਵੀ ਬੁੱਧਿਸਟ ਢੰਗ ਨਾਲ ਕੀਤੀ ਹੈ। ਵੀ ਟਰਾਈ ਟੂ ਕਲਚਰ ਦਾ ਪ੍ਰੈਕਟਿਸ। ਅਤੇ ਬਾਕੀ ਬੁੱਧਿਸਟ ਇੱਦਾਂ ਹੈਗਾ ਵੀ ਇਫ ਯੂ ਆਰ ਵਾਈਜ਼ ਦ ਬੁੱਧਿਸਟ, ਬਸ ਯੂ ਆਰ ਅਵੇਅਰ ਬੁੱਧਿਸਟ। ਅਤੇ ਜਾਂ ਇੱਦਾਂ ਆਪਾਂ ਕਮਿਊਨਿਟੀ 'ਚ ਵੀ ਹਰ ਇੱਕ ਸੁਸਾਇਟੀ ਦੇ ਨਾਲ ਰਲ ਕੇ ਕੰਮ ਕਰਨਾ। ਤੁਹਾਡੇ ਬ੍ਰੇਨ ਜਿਹੜਾ ਦਿੱਤਾ ਤੁਹਾਨੂੰ, ਉਹ ਤੋਂ ਸੋਚਣ ਲਈ ਦਿੱਤਾ। ਇਫ ਯੂ ਆਰ ਗੋਇੰਗ ਰਾਈਟ ਡਾਇਰੈਕਸ਼ਨ ਇਜ਼ ਓਕੇ, ਜੇ ਰੋਂਗ ਆ ਤਾਂ ਬੈਕਅਪ ਕਰ ਜਾਓ। ਇਹੀ ਬੁੱਧਿਜ਼ਮ ਆ। ਅਤੇ ਸੋ ਇਹ ਪ੍ਰੈਕਟਿਸ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਆਪਾਂ। ਹਿਊਮਨ ਰਾਈਟ ਤਾਂ ਨਹੀਂ ਹੁੰਦਾ ਆਲਵੇਜ਼, ਪਰ ਟਰਾਈ ਕਰੀ ਦੀ ਹੈ ਟੂ ਬੀ ਔਨ ਦਾ ਰਾਈਟ ਸਾਈਡ।